ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਗੱਲ ਕਰਦੇ ਹਾਂ ਲੋਕਧਾਰਾ ਦੀ ਭੂਮਿਕਾ ਪੁਸਤਕ ਦੇ ਵਿੱਚੋਂ ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ। ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਜੋ ਆਰਟੀਕਲ ਹੈ ਜਾਂ ਨਿਬੰਧ ਹੈ ਉਹ ਡਾਕਟਰ ਸੁਰਜੀਤ ਸਿੰਘ ਦਾ ਲਿਖਿਆ ਹੋਇਆ। ਡਾਕਟਰ ਸੁਰਜੀਤ ਸਿੰਘ ਇਨੀ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਨੇ। ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਦੇ ਬਾਰੇ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ। ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਮੰਦ, ਜਿਵੇਂ ਕਿ ਪਹਿਲਾਂ ਗੱਲ ਕੀਤੀ ਕਿ ਡਾਕਟਰ ਸੁਰਜੀਤ ਸਿੰਘ ਦੀ ਰਚਨਾ ਹੈ, ਤੇ ਇਹਦਾ ਜਿਹੜਾ ਵਿਸ਼ਾ ਉਹ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਦਾ ਫਰਕ ਦੱਸਦੇ ਹੋਏ ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਜਿਹੜੀ ਹੈ ਉਹਦੇ ਸੰਬੰਧੀ ਬੌਧਿਕ ਵਿਚਾਰ ਜਿਹੜੇ ਇਸ ਆਰਟੀਕਲ ਦੇ ਵਿੱਚ ਪੇਸ਼ ਕੀਤੇ ਗਏ ਨੇ। ਸਭ ਤੋਂ ਪਹਿਲੀ ਗੱਲ ਆ ਜਾਂਦੀ ਕਿ ਲੋਕ ਸਾਹਿਤ ਅਸੀਂ ਕਿਹਨੂੰ ਮੰਨਦੇ ਹਾਂ ਤੇ ਵਿਸ਼ਿਸ਼ਟ ਸਾਹਿਤ ਅਸੀਂ ਕਿਹਨੂੰ ਮੰਨਦੇ ਹਾਂ। ਤੇ ਲੋਕ ਸਾਹਿਤ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਵਿਸ਼ਿਸ਼ਟ ਸਾਹਿਤ ਵਾਂਗ ਕਿਸੇ ਇੱਕ ਲੇਖਕ ਦੀ ਰਚਨਾ ਨਾ ਹੋ ਕੇ ਵਿਸ਼ੇਸ਼ ਸੱਭਿਆਚਾਰਕ ਸਮੂਹ ਦੀ ਰਚਨਾ ਹੁੰਦਾ, ਜੋ ਇਸ ਨੂੰ ਲੋਕ ਮਾਨਸ ਦੀਆਂ ਬਿਰਤੀਆਂ ਵਿੱਚੋਂ ਉਸਰੀਆਂ ਲੋਕ ਰੂੜੀਆਂ ਅਨੁਸਾਰ ਸਿਰਜਦਾ ਤੇ ਲੋਕ ਪ੍ਰਵਾਨਗੀ ਦਿੰਦਾ ਹੋਇਆ ਮੌਖਿਕ ਸੰਚਾਰ ਦੀ ਪ੍ਰਕਿਰਿਆ ਰਾਹੀਂ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਰਹਿੰਦਾ ਹੈ। ਯਾਨੀ ਇੱਕ ਗੱਲ ਤੁਹਾਨੂੰ ਸਪਸ਼ਟ ਹੋ ਗਈ ਹੋਊ ਕਿ ਲੋਕ ਸਾਹਿਤ ਦੇ ਵਿੱਚ ਤੇ ਵਿਸ਼ਿਸ਼ਟ ਸਾਹਿਤ ਦੇ ਵਿੱਚ ਮੋਟਾ ਜਿਹਾ ਫਰਕ ਇਹ ਹੈ ਕਿ ਲੋਕ ਸਾਹਿਤ ਜਿਹੜਾ ਹੈ ਉਹ ਲੋਕਾਂ ਦੁਆਰਾ ਸਿਰਜਿਤ ਹੁੰਦਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਔਰ ਜਿਹੜਾ ਵਿਸ਼ਿਸ਼ਟ ਸਾਹਿਤ ਹੈ ਉਹ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਲਿਖਿਆ ਗਿਆ ਸਾਹਿਤ ਅਸੀਂ ਕਹਿ ਸਕਦੇ ਹਾਂ। ਤਾਂ ਕੋਈ ਵਿਸ਼ਿਸ਼ਟ ਸਾਹਿਤ ਜਿਹੜਾ ਹੈ ਉਹ ਲੋਕ ਸਾਹਿਤ ਦੀ ਪੱਤੀ ਉਦੋਂ ਹੀ ਹਾਸਲ ਕਰਦਾ ਜਦੋਂ ਉਹਨੂੰ ਪੂਰੀ ਤਰ੍ਹਾਂ ਲੋਕ ਪ੍ਰਵਾਨਗੀ ਮਿਲ ਜਾਂਦੀ ਹੈ, ਜਾਂ ਦੂਜੇ ਸ਼ਬਦਾਂ 'ਚ ਰਚਨਾ ਪ੍ਰਧਾਨ ਹੋ ਜਾਂਦੀ ਹੈ ਤੇ ਜਿਹੜਾ ਰਾਈਟਰ ਹੈਗਾ ਜਾਂ ਲੇਖਕ ਹੈਗਾ ਉਹ ਗੌਣ ਹੋ ਜਾਂਦਾ। ਤਾਂ ਵਿਸ਼ਿਸ਼ਟ ਸਾਹਿਤ ਲਿਖਤ ਰਚਨਾ ਹੁੰਦੀ ਹੈ ਤੇ ਇਹਦਾ ਕੋਈ ਪ੍ਰਮਾਣਿਕ ਪਾਠ ਹੁੰਦਾ, ਪਰ ਜਿਹੜਾ ਲੋਕ ਸਾਹਿਤ ਹੈ ਇਹ ਮੌਖਿਕ ਹੁੰਦਾ, ਯਾਨੀ ਮੌਖਿਕ ਤੌਰ ਤੇ ਹੀ ਅੱਗੇ ਜਿਹੜਾ ਤੁਰਦਾ ਤੇ ਇਹਦਾ ਕੋਈ ਪ੍ਰਮਾਣਿਕ ਪਾਠ ਜਿਹੜਾ ਨਹੀਂ ਹੁੰਦਾ। ਇਹਦੇ ਬਹੁਤ ਸਾਰੇ ਰੂਪਾਂਤਰਣ ਲੋਕ ਦਾਇਰਿਆਂ 'ਚ ਵਿਚਰਦੇ ਰਹਿੰਦੇ ਆ ਤੇ ਹਰ ਰੂਪਾਂਤਰਣ ਬਾਕੀਆਂ ਜਿੰਨਾ ਹੀ ਪ੍ਰਮਾਣਿਕ ਹੁੰਦਾ। ਤੇ ਬੇਸ਼ੱਕ ਅੱਜ ਕੱਲ੍ਹ ਲੋਕ ਸਾਹਿਤ ਇਕੱਤਰ ਕਰਕੇ ਉਹਦੀਆਂ ਪੁਸਤਕਾਂ ਵੀ ਜਿਹੜੀਆਂ ਉਹ ਛਾਪੀਆਂ ਜਾਣ ਲੱਗ ਗਈਆਂ, ਲੇਕਿਨ ਇਸ ਤਰ੍ਹਾਂ ਦਾ ਇਹ ਵਿਸ਼ਿਸ਼ਟ ਸਾਹਿਤ ਦੇ ਵਰਗ ਦੇ ਵਿੱਚ ਅਸੀਂ ਇਸ ਨੂੰ ਨਹੀਂ ਮੰਨ ਸਕਦੇ। ਬੇਸ਼ੱਕ ਪੁਸਤਕ ਰੂਪ ਦੇ ਵਿੱਚ ਵੀ ਲੋਕ ਸਾਹਿਤ ਮਿਲਦਾ, ਤਾਂ ਇਹਨੂੰ ਅਸੀਂ ਵਿਸ਼ਿਸ਼ਟ ਸਾਹਿਤ ਦੀ ਵਰਨਗੀ ਦੇ ਵਿੱਚ ਰੱਖ ਕੇ ਨਹੀਂ ਵੇਖਦੇ। ਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਲੋਕ ਸਾਹਿਤ ਦੀਆਂ ਰਚਨਾਵਾਂ ਦੀ ਖੂਬਸੂਰਤੀ ਵਿਸ਼ਿਸ਼ਟ ਸਾਹਿਤ ਦੀਆਂ ਰਚਨਾਵਾਂ ਵਾਂਗ ਇਹਨਾਂ ਦੀ ਸ਼ੈਲੀ ਤੇ ਭਾਸ਼ਾ ਵਿੱਚ ਨਹੀਂ ਹੁੰਦੀ, ਸਗੋਂ ਇਹਦੇ 'ਚ ਵਰਤੀਆਂ ਗਈਆਂ ਲੋਕ ਰੂੜੀਆਂ ਦੇ ਜਿਹੜਾ ਅਨੋਖਾਪਣ ਹੈ ਉਹਦੇ ਵਿੱਚ ਹੁੰਦੀ ਹੈ। ਤੇ ਲੋਕ ਮਾਨਸਿਕਤਾ ਦੇ ਅੰਸ਼ਾਂ ਦਾ ਪ੍ਰਗਟਾਵਾ ਵਿਸ਼ਿਸ਼ਟ ਸਾਹਿਤ ਦੀਆਂ ਕਿਰਤਾਂ 'ਚ ਵੀ ਹੋ ਸਕਦਾ ਹੈ, ਪਰ ਇਹ ਇਹਨਾਂ ਦਾ ਪ੍ਰਭਾਸ਼ਕ ਲੱਛਣ ਜਿਹੜਾ ਹੈ ਨਹੀਂ ਅਸੀਂ ਕਹਿ ਸਕਦੇ। ਦੂਜੇ ਸ਼ਬਦਾਂ 'ਚ ਮੈਂ ਗੱਲ ਕਰਾਂ ਕਿ ਜਿਹੜਾ ਵਿਸ਼ਿਸ਼ਟ ਸਾਹਿਤ ਹੈ ਉਹਦੇ ਵਿੱਚ ਲੋਕ ਸਾਹਿਤ ਦੇ ਲੱਛਣ ਮਿਲ ਸਕਦੇ ਆ, ਲੇਕਿਨ ਉਸਨੂੰ ਅਸੀਂ ਵਿਸ਼ਿਸ਼ਟ ਸਾਹਿਤ ਦੇ ਵਿੱਚ ਹੀ ਰੱਖਾਂਗੇ, ਲੋਕ ਸਾਹਿਤ ਦੀ ਪੱਤੀ ਦੇ ਵਿੱਚ ਨਹੀਂ ਰੱਖਾਂਗੇ। ਕਈ ਵਿਸ਼ਿਸ਼ਟ ਸਾਹਿਤ ਦੀਆਂ ਜਿਹੜੀਆਂ ਕਿਰਤਾਂ ਲੋਕਮਨ ਦੀਆਂ ਇੰਨੀਆਂ ਅਨੁਸਾਰੀ ਹੁੰਦੀਆਂ ਕਿ ਉਹ ਲੋਕ ਸਾਹਿਤ ਦੀਆਂ ਕਿਰਤਾਂ ਵਾਂਗ ਹੀ ਹਰਮਨ ਪਿਆਰੀਆਂ ਹੋ ਜਾਂਦੀਆਂ। ਤੇ ਵਿਦਵਾਨ ਅਜਿਹੀਆਂ ਕਿਰਤਾਂ ਨੂੰ ਲੋਕ ਸਾਹਿਤ ਨਹੀਂ ਬਲਕਿ ਲੋਕ ਪ੍ਰਿਆ ਕਿਰਤਾਂ ਕਹਿਣਾ ਠੀਕ ਸਮਝਦੇ ਆ। ਤੇ ਵਿਸ਼ਿਸ਼ਟ ਸਾਹਿਤ ਦੀਆਂ ਕਿਰਤਾਂ ਆਮ ਕਰਕੇ ਲੋਕ ਮਾਨਸਿਕਤਾ ਦੀਆਂ ਰੂੜ ਬਿਰਤੀਆਂ ਦਾ ਉਲੰਘਣ ਕਰਕੇ ਅਜਿਹਾ ਭਾਵ ਸੰਸਾਰ ਉਸਾਰਦੀਆਂ ਜਿਨ੍ਹਾਂ ਨੂੰ ਸਮੂਹਿਕ ਪ੍ਰਵਾਨਗੀ ਪ੍ਰਾਪਤ ਹੋਣੀ ਅਸੰਭਵ ਹੁੰਦੀ ਹੈ। ਤਾਂ ਵਿਸ਼ਿਸ਼ਟ ਸਾਹਿਤਕ ਕਿਰਤਾਂ ਸੱਭਿਆਚਾਰਕ ਪਰੰਪਰਾਵਾਂ ਪ੍ਰਤੀ ਆਲੋਚਨਾਤਮਕ ਦ੍ਰਿਸ਼ਟੀ ਸਿਰਜਦੀਆਂ, ਜਿਸ ਕਰਕੇ ਉਹ ਲੋਕਮਨ ਦੀਆਂ ਅਨੁਸਾਰੀ ਨਹੀਂ ਹੁੰਦੀਆਂ। ਕੋਈ ਰਚਨਾ ਉਦੋਂ ਤੱਕ ਲੋਕ ਸਾਹਿਤ ਨਹੀਂ ਬਣਦੀ ਜਦੋਂ ਤੱਕ ਉਹ ਲੋਕਮਨ ਦੀਆਂ ਬਿਰਤੀਆਂ ਅਨੁਸਾਰ ਪ੍ਰਵਾਨਗੀ ਹਾਸਲ ਨਹੀਂ ਕਰ ਲੈਂਦੀ। ਜਿੰਨੀ ਦੇਰ ਤੱਕ ਲੋਕ ਆਪਣੀਆਂ ਬਿਰਤੀਆਂ ਦੇ ਅਨੁਸਾਰ ਉਹਨੂੰ ਪ੍ਰਵਾਨ ਨਹੀਂ ਕਰ ਲੈਂਦੇ ਤਾਂ ਕਿਸੇ ਵੀ ਅਸੀਂ ਸਾਹਿਤ ਨੂੰ ਲੋਕ ਸਾਹਿਤ ਦਾ ਦਰਜਾ ਜਿਹੜਾ ਨਹੀਂ ਦੇ ਸਕਦੇ। ਅੱਗੇ ਗੱਲ ਆ ਜਾਂਦੀ ਹੈ ਕਿ ਲੋਕ ਸਾਹਿਤ ਦੀ ਰਚਨਾ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈ, ਤੇ ਇਹਦੇ ਬਾਰੇ ਡਾਕਟਰ ਸੁਰਜੀਤ ਸਿੰਘ ਦੱਸਦਾ ਕਿ ਲੋਕ ਸਾਹਿਤ ਦੀ ਰਚਨਾ ਪ੍ਰਕਿਰਿਆ ਦੇ ਵਿੱਚ ਸਮੂਹ ਦੀ ਸ਼ਮੂਲੀਅਤ ਤੇ ਪ੍ਰਵਾਨਗੀ ਸੁਚੇਤ, ਠੋਸ ਤੇ ਵਾਸਤਵਿਕ ਨਹੀਂ ਹੁੰਦੀ, ਸਗੋਂ
ਅਚੇਤ ਹੀ ਸੂਖਮ ਤੇ ਪ੍ਰਤੀਕਾਤਮਕ ਹੁੰਦੀ ਹੈ। ਤੇ ਇਸ ਦੀ ਰਚਨਾ ਪ੍ਰਕਿਰਿਆ ਸੰਬੰਧੀ ਉਸ ਦੀ ਰਚਨਾ ਹੈ ਕਿ ਸਿਰਜਣਾਤਮਕਤਾ ਦੀ ਸੰਭਾਵਨਾ ਤੇ ਹੋਂਦ ਸਮੂਹਿਕ ਹੋ ਸਕਦੀ ਹੈ, ਪਰੰਤੂ ਇਸ ਦਾ ਪ੍ਰਕਾਸ਼ ਜਿਹੜਾ ਉਹ ਵਿਅਕਤੀਗਤ ਹੁੰਦਾ ਹੈ। ਤੇ ਇਹ ਵੀ ਸੱਚ ਹੈ ਕਿ ਸਮੂਹਿਕ ਜਿਹੜੀ ਸਿਰਜਣਾਤਮਕਤਾ ਹੈ ਉਹ ਵਿਅਕਤੀਗਤ ਪ੍ਰਗਟਾਵੇ ਵਿੱਚੋਂ ਹੀ ਗੈਰ ਹਾਜ਼ਰ ਨਹੀਂ ਹੁੰਦੀ। ਤੇ ਜਦੋਂ ਕਿਸੇ ਸਮੂਹ ਦੀ ਵਿਸ਼ਿਸ਼ਟ ਸਾਹਿਤ ਪਰੰਪਰਾ ਸਿਖਰ ਤੇ ਪਹੁੰਚਦੀ ਹੈ, ਠੀਕ ਹੈ, ਤਾਂ ਉਸ ਦੇ ਪਿਛੋਕੜ ਵਿੱਚ ਕਿਸੇ ਕੌਮ ਦੇ ਉਹ ਸੋਚ ਸ਼ਾਸਤਰੀ ਮਿਆਰ ਹੁੰਦੇ ਆ ਜਿਹੜੇ ਮਹਾਨ ਕਿਰਤਾਂ ਦੀ ਰਚਨਾ ਸਮੇਂ ਪ੍ਰੇਰਕ ਬਣਦੇ ਆ। ਪਰੰਤੂ ਕਿਸੇ ਸਮੂਹ ਦੀ ਬੁਲੰਦ ਸੋਚ ਚੇਤਨਾ ਸਾਰੇ ਮੈਂਬਰਾਂ 'ਚ ਇਕਸਾਰ ਨਹੀਂ ਹੁੰਦੀ ਤੇ ਨਾ ਹੀ ਸਾਰੇ ਮੈਂਬਰਾਂ 'ਚ ਇਸ ਦੇ ਪ੍ਰਗਟਾਵੇ ਦੀ ਸਮਰੱਥਾ ਹੁੰਦੀ ਹੈ। ਇਸ ਕਰਕੇ ਕਹਿਣਾ ਔਖਾ ਹੈ ਕਿ ਸਾਹਿਤਕ ਪ੍ਰਗਟਾਵਾ ਕਿਸ ਪ੍ਰਕਾਰ ਦੀਆਂ ਪਰਿਸਥਿਤੀਆਂ ਵਿੱਚ ਕਿਸ ਪ੍ਰਕਿਰਿਆ ਰਾਹੀਂ ਸਮੂਹਿਕ ਰਚਨਾ ਬਣਦਾ ਹੈ, ਇਸ ਸੰਬੰਧੀ ਅਜਿਹੀ ਕੋਈ ਗੱਲ ਸਾਡੇ ਅਨੁਭਵ ਜਾਂ ਜਾਣਕਾਰੀ 'ਚ ਜਿਹੜੀ ਨਹੀਂ ਆਉਂਦੀ ਕਿ ਕਿਸੇ ਪਿੰਡ ਦੇ ਲੋਕਾਂ ਨੇ ਇੱਕ ਥਾਂ ਜੁੜ ਕੇ ਵੱਖ-ਵੱਖ ਰਚਨਾਵਾਂ ਕੀਤੀਆਂ ਹੋਣ ਤੇ ਜਾਂ ਕਿਸੇ ਅਣਜਾਣ ਕੋਨੇ ਵਿੱਚ ਕੁਝ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਜੁੰਡਲੀ ਬੈਠ ਕੇ ਗੀਤ ਤੇ ਕਹਾਣੀਆਂ ਜੋੜਦੀ ਹੋਵੇ ਤੇ ਫਿਰ ਉਹ ਹੋਰਨਾਂ ਜੁੰਡਲੀਆਂ 'ਚ ਪਹੁੰਚਦੀ ਤੇ ਉਹਦੇ ਵਿੱਚ ਸੋਧ ਕੀਤੀ ਜਾਂਦੀ ਹੋਵੇ। ਤੇ ਇਸ ਤਰ੍ਹਾਂ ਦੀ ਪ੍ਰਕਿਰਿਆ 'ਚ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਾਹਿਤ ਉਚਾਰ ਦੀ ਸਿਰਜਣਾ ਦੇ ਵਿੱਚ ਪੂਰਾ ਸੱਭਿਆਚਾਰਕ ਸਮੂਹ ਕਿਸ ਤਰ੍ਹਾਂ ਸ਼ਾਮਲ ਹੁੰਦਾ ਹੋਵੇਗਾ। ਯਾਨੀ ਇਹ ਲੋਕਾਂ ਦੇ ਵਿੱਚ ਮਤਭੇਦ ਪਾਏ ਜਾਂਦੇ ਵਿਦਵਾਨਾਂ ਦੇ ਵਿੱਚ ਕਿ ਕੋਈ ਰਚਨਾ ਜਿਹੜੀ ਹੈ ਲੋਕ ਇਕੱਠੇ ਹੋ ਕੇ ਬੈਠਦੇ ਹੋਣਗੇ, ਇਕੱਠੇ ਹੋ ਕੇ ਉਹਨੂੰ ਬਣਾਉਂਦੇ ਹੋਣਗੇ, ਇਕੱਠੇ ਹੋ ਕੇ ਉਹਨੂੰ ਸਿਰਜਦੇ ਹੋਣਗੇ, ਠੀਕ ਹੈ। ਪਰ ਦੂਜੇ ਪਾਸੇ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਹੋਣਾ ਬੜਾ ਅਸੰਭਵ ਹੈ। ਤਾਂ ਤੀਜੀ ਗੱਲ ਇਹ ਹੈ ਕਿ ਕਿਸੇ ਇੱਕ ਵਿਅਕਤੀ ਨੇ ਲਿਖੀ ਹੋਊਗੀ, ਫਿਰ ਉਹਨੂੰ ਸੁਧਾਰਿਆ ਹੋਊਗਾ, ਫਿਰ ਉਹਨੂੰ ਹੋਰ ਲੋਕਾਂ ਨੇ ਸੁਧਾਰਿਆ ਹੋਊਗਾ, ਤਾਂ ਰਚਨਾ ਜਿਹੜੀ ਉਹ ਪ੍ਰਧਾਨ ਹੋ ਗਈ ਹੋਊਗੀ ਤੇ ਜਿਹੜਾ ਉਹਨੂੰ ਰਚਣ ਵਾਲਾ ਹੈਗਾ ਉਹ ਕਿਤੇ ਨਾ ਕਿਤੇ ਗੌਣ ਹੋ ਗਿਆ ਹੋਊਗਾ। ਅੱਗੇ ਗੱਲ ਆ ਜਾਂਦੀ ਹੈ ਕਿ ਕਿਸੇ ਵਿਅਕਤੀਗਤ ਪ੍ਰਤਿਭਾ ਰਾਹੀਂ ਲੋਕ ਸਾਹਿਤ ਕਿਵੇਂ ਸਿਰਜਿਆ ਜਾ ਸਕਦਾ ਹੈ। ਤੇ ਸਾਨੂੰ ਇਹ ਗੱਲ ਮੰਨਣੀ ਪੈਂਦੀ ਹੈ ਕਿ ਕੋਈ ਵੀ ਸਾਹਿਤਕ ਉਚਾਰ ਸਭ ਤੋਂ ਪਹਿਲਾਂ ਕਿਸੇ ਵਿਅਕਤੀ ਪ੍ਰਤਿਭਾ ਰਾਹੀਂ ਹੀ ਜਨਮ ਲੈਂਦਾ, ਠੀਕ ਹੈ। ਕਿਸੇ ਇੱਕ ਬੰਦੇ ਦੇ ਗੱਲ 'ਚ ਦਿਮਾਗ 'ਚ ਗੱਲ ਆਉਂਦੀ ਹੈ ਤਾਂ ਫਿਰ ਉਹ ਗੱਲ ਜਿਹੜੀ ਹੈ ਅੱਗੇ ਬੋਲੀ ਜਾਂਦੀ ਹੈ, ਤਾਂ ਫਿਰ ਉਹਨੂੰ ਕੋਈ ਦੂਸਰਾ ਬੋਲਦਾ, ਫਿਰ ਤੀਸਰਾ ਬੋਲਦਾ, ਫਿਰ ਚੌਥਾ ਬੋਲਦਾ। ਅਤੇ ਇਹਦੀ ਰਚਨਾ ਕਰਨ ਵਾਲਾ ਵਿਅਕਤੀ ਕੇਵਲ ਸਾਹਿਤਕ ਤੇ ਭਾਸ਼ਾਈ ਪ੍ਰਤਿਭਾ ਦਾ ਮਾਲਕ ਨਹੀਂ ਹੁੰਦਾ, ਸਗੋਂ ਉਸਦੀ ਚੇਤਨਾ 'ਚ ਲੋਕ ਮਨ ਪੂਰੇ ਜਲੌਅ 'ਚ ਮੌਜੂਦ ਹੁੰਦਾ ਹੈ ਤੇ ਉਸਦੀ ਸੋਚ ਲੋਕ ਸਮੂਹ ਦੀ ਜਿਹੜੀ ਸੱਭਿਆਚਾਰਕ ਸੋਚ ਹੈ ਉਹਦੀ ਪੂਰੀ ਤਰ੍ਹਾਂ ਅਨੁਸਾਰੀ ਹੁੰਦੀ ਹੈ ਤੇ ਉਸ ਵਿੱਚ ਆਪਣੀ ਸੋਚ ਨੂੰ ਲੋਕ ਪ੍ਰਗਟਾਵੇ ਦੇ ਸਾਂਚੇ 'ਚ ਢਾਲ ਕੇ ਪੇਸ਼ ਕਰਨ ਦੀ ਸਹਿਜ ਸਮਰੱਥਾ ਮੌਜੂਦ ਹੁੰਦੀ ਹੈ ਤੇ ਨਾਲ ਹੀ ਉਸਦੇ ਵਿਚਾਰ ਦੇ ਵਿੱਚ ਲੋਕ ਪ੍ਰਵਾਨਗੀ ਪ੍ਰਾਪਤ ਕਰਨ ਦੀ ਪੂਰੀ ਸੰਭਾਵਨਾ ਹੁੰਦੀ ਹੈ। ਅਜਿਹਾ ਵਿਅਕਤੀ ਲੋਕ ਸਮੂਹ ਨਾਲ ਇੰਨਾ ਇਕਮਿਕ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਵੱਖਰੀ ਇਕਾਈ ਕਲਪਦਾ ਹੀ ਨਹੀਂ। ਉਹਦੀ ਰਚਨਾ ਹਰ ਪੱਖ ਤੋਂ ਸਮੂਹ ਦੀ ਰਚਨਾ ਹੀ ਪ੍ਰਤੀਤ ਹੁੰਦੀ ਹੈ ਤੇ ਪੰਜਾਬੀ ਲੋਕ ਗੀਤਾਂ ਦੇ ਹੋਰ ਰੂਪਾਂ ਵਾਂਗ ਬੋਲੀਆਂ ਤੇ ਟੱਪਿਆਂ ਵਿੱਚ ਸਿਰਜਣਾ ਦੀ ਚਾਲ ਇੰਨੀ ਛੋਹਲੀ ਹੁੰਦੀ ਹੈ ਕਿ ਮੌਕੇ ਉੱਤੇ ਇਹਨਾਂ ਦੀ ਸਿਰਜਣਾ ਕਰਨ ਵਾਲੇ ਦੇ ਮਨ 'ਚ ਇਹ ਖਿਆਲ ਆਉਂਦਾ ਹੀ ਨਹੀਂ ਕਿ ਉਹਦੀ ਨਿੱਜੀ ਕਿਰਤ ਹੈ। ਉਹ ਸਹਿਜ ਹੀ ਆਪਣੇ ਵਿਚਾਰ ਦੇ ਵਿੱਚ ਪਹਿਲਾਂ ਹੀ ਮੌਜੂਦ ਧੁਨਾਂ, ਸ਼ਬਦਾਂ, ਸਤਰਾਂ ਤੇ ਮੋਟਿਫਾਂ ਦੀ ਵਰਤੋਂ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਹ ਤਾਲ ਦਾ ਜਿਹੜਾ ਮਾਧਿਅਮ ਹੈ ਉਹਦੇ ਰਾਹੀਂ ਲੋਕਾਂ ਨਾਲ ਇਕਮਿਕ ਹੋਇਆ ਹੁੰਦਾ ਹੈ ਤੇ ਉਸਦਾ ਹਰ ਉਚਾਰ ਲੋਕਾਂ ਦੀ ਮਲਕੀਅਤ ਬਣਿਆ ਹੁੰਦਾ ਹੈ। ਹੁਣ ਅੱਗੇ ਹੈ ਕਿ ਲੋਕ ਰਚਨਾ ਬਣਦੀ ਕਿਵੇਂ ਹੈ। ਅਜਿਹੀ ਲੋਕ ਮਨ ਤੇ ਪੂਰੇ ਜਲਾਉ ਵਾਲੀ ਕਿਸੇ ਪ੍ਰਤਿਭਾ ਰਾਹੀਂ ਉਪਜੀ ਹੋਈ ਰਚਨਾ ਜਿਹੜੀ ਹੈ ਉਹ ਲਿਖਤੀ ਰੂਪ ਧਾਰਨ ਕਰਨ ਦੀ ਥਾਂ ਮੌਖਿਕ ਤੌਰ ਤੇ ਉਚਾਰੀ ਤੇ ਅੱਗੇ ਸੰਚਾਰਿਤ ਕੀਤੀ ਜਾਂਦੀ ਹੈ ਤੇ ਇਸ ਸੰਚਾਰ ਦੌਰਾਨ ਹਰ ਵਿਅਕਤੀ ਇਸ ਉੱਤੇ ਆਪਣਾ ਪੂਰਾ ਹੱਕ ਸਮਝ ਕੇ ਆਪਣੀ ਸਥਿਤੀ, ਆਪਣੀ ਲੋੜ ਤੇ ਆਪਣੀ ਪ੍ਰਤਿਭਾ ਦੇ ਅਨੁਸਾਰ ਉਹਦੇ 'ਚ ਵਾਧਾ ਘਾਟਾ ਜਿਹੜਾ ਕਰਦਾ ਰਹਿੰਦਾ, ਉਹਦੇ 'ਚ ਕਾਂਟ ਛਾਂਟ ਕਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਇੱਕ ਤੋਂ ਦੂਸਰੇ ਵਿਅਕਤੀ ਦੇ ਮੌਖਿਕ ਉਚਾਰ ਦੇ ਛਾਣਨੇ 'ਚ ਛਣਦਿਆਂ ਉਸ ਵਿੱਚੋਂ ਉਹ ਤੱਤ ਛਣ ਜਾਂਦੇ ਆ ਜਿਹੜੇ ਲੋਕਾਂ ਦੀ ਸਾਂਝੀ ਸੋਚਣੀ ਦੇ ਅਨੁਸਾਰ ਨਹੀਂ ਹੁੰਦੇ ਤੇ ਨਾਲ ਹੀ ਉਹ ਤੱਤ ਜੁੜਦੇ ਰਹਿੰਦੇ ਆ ਜਿਹੜੇ ਲੋਕ ਸਮੂਹ ਨੇ ਸਦੀਆਂ ਦੇ ਲੰਮੇ ਅਨੁਭਵ ਕਾਰਨ ਅਪਣਾਏ ਹੋਏ ਹੁੰਦੇ ਆ। ਇਸ ਤਰ੍ਹਾਂ ਇਹ ਰਚਨਾ ਲੋਕ ਸਮੂਹ ਦੁਆਰਾ ਆਪਣੀ ਰਚਨਾ ਦੇ ਤੌਰ ਤੇ ਅਪਣਾ ਲਈ ਜਾਂਦੀ ਹੈ ਤੇ ਉਸ ਨੂੰ ਲੋਕ ਪ੍ਰਵਾਨਗੀ ਜਾਂ ਲੋਕ ਸਵੀਕ੍ਰਿਤੀ ਹੈ ਜਿਹੜੀ ਉਹ ਮਿਲ ਜਾਂਦੀ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਸਾਹਿਤ ਦੀ ਸਿਰਜਣਾ ਲੋਕਾਂ ਦੁਆਰਾ ਕਿਸੇ ਇੱਕ ਥਾਂ ਇਕੱਠੇ ਬੈਠ ਕੇ
ਇੱਕ ਸਮੇਂ ਨਹੀਂ ਕੀਤੀ ਹੁੰਦੀ, ਸਗੋਂ ਇਸ ਵਿੱਚ ਲੋਕਾਂ ਦੀ ਸ਼ਮੂਲੀਅਤ ਬਹੁਤ ਸਾਰੇ ਕਾਲਾਂ ਦੇ ਵਿੱਚ ਬੱਝੀ ਹੋਈ ਹੁੰਦੀ ਹੈ, ਯਾਨੀ ਬਹੁਕਾਲਕ ਹੁੰਦੀ ਹੈ। ਲੰਮੇ ਸਮੇਂ ਦੇ ਸੰਚਾਰ ਦਾ ਇੱਕ ਪੱਖ ਇਹ ਵੀ ਹੈ ਕਿ ਇਹਦੇ ਵਿੱਚ ਵਕਤਾ, ਕਰਤਾ ਤੇ ਸਰੋਤਾ ਵਿਚਕਾਰ ਕੋਈ ਫਰਕ ਜਿਹੜਾ ਨਹੀਂ ਹੁੰਦਾ। ਆਪਣੇ ਪਹਿਲੇ ਉਚਾਰ ਦੇ ਮੁਕੰਮਲ ਹੁੰਦਿਆਂ ਹੀ ਰਚਨਾ ਸਰੋਤਿਆਂ ਦੀ ਮਲਕੀਅਤ ਬਣ ਜਾਂਦੀ ਹੈ, ਉਹਨਾਂ ਦੀ ਜ਼ਗੀਰ ਬਣ ਜਾਂਦੀ ਹੈ ਤੇ ਕਿਸੇ ਦੂਸਰੇ ਸਮੇਂ ਉਹ ਸਰੋਤੇ ਉਸਦੇ ਵਕਤਾ ਬਣ ਜਾਂਦੇ ਹੈ ਤੇ ਕਰਤਾ ਵਾਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਸ ਨੂੰ ਬਦਲਦੇ ਤੇ ਸੰਚਾਰਦੇ ਚਲੇ ਜਾਂਦੇ ਹੈ। ਇਸ ਤਰ੍ਹਾਂ ਰਚਨਾ ਵਿਅਕਤੀਗਤ ਅਧਿਕਾਰ ਤੋਂ ਮੁਕਤ ਹੋ ਕੇ ਸਮੂਹ ਦੀ ਸਿਰਜਣਾ ਜਿਹੜੀ ਹੈ ਉਹ ਬਣ ਜਾਂਦੀ ਹੈ। ਯਾਨੀ ਮੋਟੇ ਤੌਰ ਤੇ ਜਾਂ ਸਿੱਟੇ ਦੇ ਤੌਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਸਾਹਿਤ ਦੇ ਵਿੱਚ ਲੋਕ ਸਮੂਹ ਦੀ ਸ਼ਮੂਲੀਅਤ ਤੇ ਪ੍ਰਵਾਨਗੀ ਸੁਚੇਤ, ਠੋਸ ਤੇ ਯਥਾਰਥਕ ਧਰਾਤਲ ਤੇ ਨਹੀਂ ਹੁੰਦੀ, ਸਗੋਂ ਅਚੇਤ ਹੀ ਹੁੰਦੀ ਹੈ ਤੇ ਸੂਖਮ ਜਿਹੀ ਹੁੰਦੀ ਹੈ ਤੇ ਪ੍ਰਤੀਕਾਤਮਕ ਹੁੰਦੀ ਹੈ। ਇਹ ਪ੍ਰਕਿਰਿਆ ਲੰਮੇ ਸਮੇਂ ਤੱਕ ਚੱਲਦੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹਦਾ ਆਰੰਭ ਜਿਹੜਾ ਉਹ ਲੋਕ ਮਨ ਦੇ ਜਲਾਉ ਵਾਲੀ ਕਿਸੇ ਵਿਅਕਤੀਗਤ ਪ੍ਰਤਿਭਾ ਦੇ ਉਚਾਰ ਤੋਂ ਹੁੰਦਾ ਹੈ ਤੇ ਉਹ ਮੌਖਿਕ ਸੰਚਾਰ ਦੀ ਅਮੁੱਖ ਪ੍ਰਕਿਰਿਆ ਨੂੰ ਸੌਂਪ ਦਿੰਦਾ ਹੈ ਤੇ ਲੋਕ ਇਸ ਨਾਲ ਉਪਭੋਗੀ ਦੀ ਥਾਂ ਕਰਤਾ ਵਾਲਾ ਨਾਤਾ ਬਣਾ ਕੇ ਇਸ ਨੂੰ ਬਦਲਦੇ ਰਹਿੰਦੇ ਆ ਤੇ ਅੱਗੇ ਸੰਚਾਰਿਤ ਕਰਦੇ ਰਹਿੰਦੇ। ਇਸ ਤਰ੍ਹਾਂ ਇਸ 'ਚ ਲੋਕ ਮਨ ਦੀ ਅਨੁਸਾਰੀ ਸਮੱਗਰੀ ਸ਼ਾਮਲ ਹੁੰਦੀ ਜਾਂਦੀ ਹੈ ਤੇ ਜਿਹੜੀ ਗੈਰ ਅਨੁਸਾਰੀ ਸਮੱਗਰੀ ਹੁੰਦੀ ਹੈ ਉਹ ਖਤਮ ਹੁੰਦੀ ਜਾਂਦੀ ਹੈ ਜਾਂ ਖਾਰਜ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਲੰਮੀ ਪ੍ਰਕਿਰਿਆ ਚੋਂ ਲੰਘ ਕੇ ਇਹ ਰਚਨਾ ਲੋਕ ਸਮੂਹ ਦੀ ਰਚਨਾ ਬਣ ਜਾਂਦੀ ਹੈ। ਇਸ ਤਰ੍ਹਾਂ ਡਾਕਟਰ ਸੁਰਜੀਤ ਸਿੰਘ ਨੇ ਇਸ ਨਿਬੰਧ ਦੇ ਵਿੱਚ ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਦੇ ਬਾਰੇ ਬੜੀਆਂ ਖੂਬਸੂਰਤ ਤੇ ਡੂੰਘੀਆਂ ਗੱਲਾਂ ਕੀਤੀਆਂ ਨੇ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆ ਦਾ ਜਿਹੜਾ ਕਨਸੈਪਟ ਹੈ ਉਹਦੇ ਬਾਰੇ ਕੁਝ ਨਾ ਕੁਝ ਜ਼ਰੂਰ ਜਾਣਨਾ ਹੋਇਆ ਹੋਵੇਗਾ। ਮਿਲਦੇ ਆਪਾਂ ਕਿਸੇ ਨਵੇਂ ਟੌਪਿਕ ਦੇ ਉੱਤੇ, ਕਿਸੇ ਨਵੇਂ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।